ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਾ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖੇਨ ਰਾਮ ਗੁਰ ਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰ ਹਾਰੀ ਰੇ ਪੂਰਨ ਦੇਖਿਓ ਆਤਮਾ ਦਵੈਤੇ ਸਰਬ ਨਿਵਾਰ ਪਏ ਸ਼ਾਂਤ ਮਨ ਸੰਤ ਜੀ ਤਿਨ ਪਦ ਨਮੋ ਹਮਾਰ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ। ਪਰਮ ਸਤਿਕਾਰਯੋਗ ਜੁਗੋ ਜੁਗੇ ਅਟਲ ਸਤਿਗੁਰੂ ਚਬਰ ਛਤਰ ਤਖਤ ਦੇ ਮਾਲਕ ਸਰਬੱਤਰ ਮਾਨਵਤਾ ਦੇ ਸਾਂਝੇ ਰਹਿਬਰ ਸਮੂਹ ਸ੍ਰਿਸ਼ਟੀ ਦੇ ਉਧਾਰ ਕਰਤਾ ਦਸੋਂ ਹੀ ਗੁਰੂ ਸਾਹਿਬਾਨਾਂ ਦੇ ਪ੍ਰਤੱਖ ਆਤਮਿਕ ਗਿਆਨ ਸਵਰੂਪ ਸਾਹਿਬ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਜੀ ਵੱਲੋਂ ਬਖਸ਼ੀ ਹੋਈ ਪਵਿੱਤਰ ਆਤਮਾ ਨਾਮ ਬਾਣੀ ਦੇ ਰਸੀਏ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਸ਼੍ਰੀਮਾਨ ਸੰਤ ਬਾਬਾ ਮਸਤਾਨਾ ਜੀ ਮਹਾਂਪੁਰਸ਼ਾਂ ਦੀ 48ਵੀਂ ਮਿੱਠੀ ਪਿਆਰੀ ਯਾਦ ਨੂੰ ਤਾਜ਼ਾ ਕਰ ਰਹੇ ਸੰਤ ਬਾਬਾ ਭਗਤ ਸਿੰਘ ਜੀ ਤਥਾ ਸਮੁੱਚੀ ਜਥੇਬੰਦੀ ਔਰ ਆਪ ਸਮੁੱਚੀਆਂ ਸੰਗਤਾਂ ਦੂਰੋਂ ਨੇੜਿਓਂ ਇਕੱਤਰਿਤ ਹੋ ਕਰਕੇ ਪਹੁੰਚੇ ਹੋ। ਦਾਸ ਤੋਂ ਪਹਿਲੋਂ ਗੁਰੂ ਸਵਾਰਿਆਂ ਨੇ ਬੜੇ ਸੁੰਦਰ ਕੀਰਤਨ ਦੁਆਰਾ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਹੈ। ਸੋ ਆਓ ਕੁਝ ਸਮਾਂ ਆਪ ਜੀ ਦੇ ਨਾਲ ਗੁਰਮਤਿ ਵਿਚਾਰ
ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਅਸੀਸ ਬਖਸ਼ ਕਰੋ। ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਜੋੜ ਮੇਲ ਜਿੱਥੇ ਉਹਨਾਂ ਸਤਿਕਾਰੇ ਜੋ ਗੁਰਮੁਖ ਪਿਆਰੇ ਮਹਾਂਪੁਰਸ਼ਾਂ ਨੂੰ ਸਮਰਪਿਤ ਹੈ, ਉੱਥੇ ਅੱਜ ਸਾਹਿਬ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਬੜੀ ਭਾਵਨਾ, ਸ਼ਰਧਾ ਔਰ ਸਤਿਕਾਰ ਸਹਿਤ ਮਨਾ ਰਹੀਆਂ ਹਨ। ਸੋ ਭਾਈ, ਇਸ ਪਾਵਨ ਪਵਿੱਤਰ ਸਥਾਨ ਤੇ ਜਿੱਥੇ ਮਹਾਂਪੁਰਸ਼ ਸੰਤ ਬਾਬਾ ਭਗਤ ਸਿੰਘ ਜੀ ਬਹੁਤ ਸੁੰਦਰ ਕੀਰਤਨ ਦੇ ਧਨੀ ਨੇ, ਉੱਥੇ ਸਾਰਾ ਹੀ ਜਥਾ ਬੜਾ ਪਿਆਰ ਦੇ ਨਾਲ ਕੀਰਤਨ ਕਰਨ ਵਾਲਾ ਹੈ। ਪਰ ਸਾਨੂੰ ਇੱਥੇ ਕਿਉਂ ਬੁਲਾਇਆ ਗਿਆ? ਉਹ ਇਕੱਲੇ ਵੀ ਇਹ ਸਮਾਗਮ ਕਰ ਸਕਦੇ ਨੇ। ਇਹ ਜੋੜ ਮੇਲ ਹੁੰਦਾ ਹੈ ਕਿ ਆਵੋ ਭੈਣੇ ਗੱਲ ਮਿਲਹਿ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਤੇ ਗੁਰੂ ਸਵਾਰਿਓ, ਆਓ ਇੱਕ ਮੰਚ ਤੇ ਇਕੱਠੇ ਹੋ ਕਰਕੇ ਉਸ ਵਾਹਿਗੁਰੂ ਜੀ ਦੀਆਂ ਕਥਾ ਕਹਾਣੀਆਂ ਕਰੀਏ। ਗੁਰਮਤਿ ਦੇ ਮਹਾਨ ਰਹੱਸ ਨੂੰ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਜੀ ਦੀ ਰੱਬੀ ਬਾਣੀ, ਪਾਵਨ ਬਾਣੀ ਦਾ ਜਾਪ ਕਰੀਏ। ਇਸ ਕਰਕੇ ਗੁਰੂ ਸਵਾਰਿਆਂ ਨੂੰ ਬੁਲਾਉਣਾ ਕੀਤਾ ਹੈ। ਤੇ ਆਪਣੇ ਸਾਰਿਆਂ ਦੇ ਬਹੁਤ ਵੱਡੇ ਭਾਗ ਨੇ ਭਾਈ, ਜੋ ਆਪਾਂ ਇਹਨਾਂ ਗੁਰਮਤਿ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ। ਕਿਉਂਕਿ ਸਤਿਗੁਰੂ ਜੀ ਨੇ ਪਾਵਨ ਗੁਰਬਾਣੀ ਦੇ ਅੰਦਰ ਸੰਗਤ ਦੇ ਸੰਬੰਧ ਅੰਦਰ ਬੜੇ ਪਿਆਰੇ ਵਚਨ ਕੀਤੇ ਨੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਇਹ ਪਾਵਨ ਗੁਰੂ ਕੀ ਸੰਗਤ ਉਹਨਾਂ ਹੀ ਗੁਰੂ ਸਵਾਰਿਆਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਪਿਛਲੇ ਚੰਗੇ ਕਰਮ ਬੀਜੇ ਹੋਣ। ਉਹ ਗੁਰੂ ਕੀ ਸੰਗਤ ਅੰਦਰ ਆਇਆ ਕਰਦੇ ਨੇ ਭਾਈ। ਸੋ ਆਪ ਸਮੁੱਚੀਆਂ ਸੰਗਤਾਂ ਪਹੁੰਚੇ ਹੋ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅਨੰਨ ਪਿਆਰੇ ਗੁਰੂ ਕੇ ਸਿੱਖ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦਾ ਸੰਗਤ ਦੇ ਪ੍ਰਤੀ ਨਜ਼ਰੀਆ ਇਸ ਤਰ੍ਹਾਂ ਹੈ। ਉਹ ਬਚਨ ਲਿਖਦੇ ਨੇ, ਹੇ ਮੇਰੇ ਮਨਾ, ਗੁਰਮੁਖ ਪਿਆਰਿਆਂ ਦੀ, ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸੰਗਤ ਦੇ ਸਰੋਵਰ ਵਿੱਚ ਹਰ ਰੋਜ਼ ਇਸ਼ਨਾਨ ਕਰਿਆ ਕਰ। ਅਦਭੁਤ ਸੰਤ ਸਮਾਜ ਸਰ ਕਰ ਇਸ਼ਨਾਨ ਤਿੰਨ ਮਾਹੇ। ਹਰ ਰੋਜ਼ ਇਸ ਸਰੋਵਰ ਵਿੱਚ ਇਸ਼ਨਾਨ ਕਰਿਆ ਕਰ। ਕੀ ਮਿਲੇਗਾ? ਉਹ ਕਹਿੰਦੇ, ਵਾਇਸ ਤੇ ਪਿਕ ਹੋਤ ਹੈ, ਬਕ ਤੇ ਹੰਸ ਕਰਾਏ। ਬਾਇਸ ਕਾਂ ਨੂੰ ਕਹਿੰਦੇ ਨੇ, ਪਿਕ ਕੋਇਲ ਨੂੰ ਕਿਹਾ ਜਾਂਦਾ। ਮੇਰੇ ਵਿਦਿਆ ਦਾਤੇ ਨੇ ਸ਼ਬਦ ਪੜ੍ਹਾਏ ਸਨ। ਬਾਇਸ ਤੇ ਪਿਕ ਹੋਤ ਹੈ, ਬਕ ਤੇ ਹੰਸ ਕਰਾਏ। ਗੁਰੂ ਕੀ ਪਾਵਨ ਸੰਗਤ ਤੇਰੇ ਕਾਂ ਵਰਗੇ ਜੀਵਨ ਨੂੰ ਬਦਲ ਕੇ ਤੈਨੂੰ ਕੋਇਲ ਵਰਗਾ ਜੀਵਨ ਬਖਸ਼ਿਸ਼ ਕਰ ਦੇਵੇਗੀ। ਔਰ ਗੁਰੂ ਕੀ ਸੰਗਤ ਤੇਰੇ ਬਗਲੇ ਵਾਲੇ ਜੀਵਨ ਨੂੰ ਬਦਲ ਕਰਕੇ ਹੰਸ ਵਾਲਾ ਜੀਵਨ ਤੈਨੂੰ ਬਖਸ਼ਿਸ਼ ਕਰ ਦੇਵੇਗੀ। ਹੰਸ ਦੇ ਅੰਦਰ ਇਤਨੀ ਵਡਿਆਈ ਹੈ, ਪਾਣੀ ਔਰ ਦੁੱਧ ਇਕੱਠਾ ਕਰਕੇ ਮਿਲਾ ਦਈਏ, ਹੰਸ ਦੀ ਚੁੰਝ ਐਸੀ ਖਟਿਆਈ ਵਾਲੀ ਹੈ, ਦੁੱਧ ਵੱਖਰਾ ਫੁੱਟੀਆਂ ਬਣ ਕੇ ਹੋ ਜਾਂਦਾ ਹੈ, ਪਾਣੀ ਵੱਖਰਾ ਹੋ ਜਾਂਦਾ ਹੈ। ਦੁੱਧ ਛਕ ਲੈਂਦਾ ਹੈ, ਪਾਣੀ ਛੱਡ ਦਿੰਦਾ ਹੈ। ਇਸੇ ਤਰ੍ਹਾਂ ਸੰਗਤ ਵਿੱਚ ਆਉਣ ਦੇ ਨਾਲ, ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਰਹਿਣ ਦੇ ਨਾਲ ਸਾਡੇ ਜੀਵਨ ਦੇ ਅੰਦਰੋਂ ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਜਿਹੜੇ ਦੈਵੀ ਗੁਣ ਨੇ, ਇਹਨਾਂ ਦੀ ਪ੍ਰਵੇਸ਼ਤਾ ਹੋਣ ਲੱਗ ਪੈਂਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਵਕੀਲੀ, ਦਵੈਸ਼, ਨਿੰਦਿਆ, ਚੁਗਲੀ, ਮਾੜੇ ਕਰਮ, ਮਾੜਾ ਵੇਖਣਾ, ਮਾੜਾ ਸੋਚਣਾ, ਮਾੜਾ ਬੋਲਣਾ, ਇਹ ਗੁਰੂ ਕੀ ਸੰਗਤ ਵਿੱਚ ਆ ਕਰਕੇ ਖਤਮ ਹੁੰਦਾ ਚਲੇ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਗੁਰੂ ਕੀ ਸੰਗਤ ਕਰਨ ਵਾਸਤੇ ਹੁਕਮ ਕੀਤਾ ਹੈ। ਆਓ ਅਗਲੇਰਾ ਵਚਨ ਮੈਂ ਸਾਂਝਾ ਕਰਾਂ ਕਿ ਗੁਰੂ ਕੀ ਸੰਗਤ ਅੰਦਰ ਆ ਕਰਕੇ ਕਰਨਾ ਕੀ ਹੈ।
गुरु की संगत तो होंदी है भाई, सत संगत कैसी जानी है, जिथे एको नाम बखानी है। एको नाम हुक्म है, नानक सतगुर दिया बुझाए जियो। ਉਹ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਮਝਾਇਆ ਕਿ ਜਿੱਥੇ ਭਾਈ ਸਤ ਦੀ ਗੱਲ ਹੁੰਦੀ ਹੋਵੇ, ਗੁਰੂ ਪਾਤਸ਼ਾਹ ਸਾਹਿਬ ਜੀ ਦੀ ਹਜ਼ੂਰੀ ਹੋਵੇ, ਤੇ ਗੁਰਮੁਖ ਪਿਆਰੇ ਆਪਣੀ ਰਸਨਾ ਤੋਂ ਮਿਥਿਆ ਸ਼ਬਦ ਨਹੀਂ ਸੱਚੇ ਬਚਨ ਕਹਿਣ, ਉਸ ਨੂੰ ਅਸੀਂ ਸੰਗਤ ਕਹਿੰਦੇ ਹਾਂ। ਸੰਗਤ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਵਾਸਤੇ ਸਾਡੇ ਸਤਿਗੁਰਾਂ ਉਪਦੇਸ਼ ਕੀਤਾ ਹੈ। ਅਗਰ ਮੈਂ ਆਪ ਜੀ ਦੇ ਨਾਲ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਅੰਦਰ ਕੋਈ ਇਤਿਹਾਸ ਛੇੜਾਂ ਤਾਂ ਮੇਰੇ ਵਾਸਤੇ ਸਮਾਂ ਬੜਾ ਘੱਟ ਰਹਿ ਜਾਵੇਗਾ। ਵਿਦਵਾਨ ਸੱਜਣਾ ਦੀ ਸਟੇਜ ਹੈ, ਨਾਮ ਅਭਿਆਸੀ ਗੁਰਮੁਖਾਂ ਦੀ ਸਟੇਜ ਹੈ। ਇੱਥੇ ਮੈਂ ਕੇਵਲ ਆਪਣੇ ਪੜ੍ਹੇ ਸ਼ਬਦ ਤੁਹਾਡੇ ਨਾਲ ਦੁਹਰਾ ਸਕਦਾ ਹਾਂ। ਟੂਕ ਮਾਤਰ ਵਚਨ ਲਵਾਂ। ਜਦੋਂ ਰਹਿਮਤਾਂ ਦੇ ਦਾਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਵੱਡੀ ਸਾਡੇ ਤੇ ਮਹਾਨ ਕਿਰਪਾ ਕਰਨੀ ਕੀਤੀ, ਗੁਰੂ ਨਾਨਕ ਆਦਿ ਗੁਰੂ ਪਾਤਸ਼ਾਹ ਸਾਹਿਬ ਜੀ ਦੀ ਪਾਵਨ ਬਾਣੀ ਤੋਂ ਲੈ ਕਰਕੇ ਆਪਣੀ ਬਾਣੀ ਔਰ 15 ਭਗਤਾਂ 17 ਭੱਟਾਂ ਦੀ 4 ਗੁਰੂ ਕੇ ਸਿੱਖਾਂ ਦੀ ਪਾਵਨ ਬਾਣੀ ਸਤਿਕਾਰਯੋਗ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਰਾਮਸਰ ਦੇ ਅਸਥਾਨ ਤਲਾ ਦੇ ਕੰਢੇ ਤੰਬੂ ਲਗਾ ਕਰਕੇ ਬ੍ਰਹਮ ਗਿਆਨੀ ਔਰ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ ਬੋਧ ਕਰਨ ਵਾਲੇ ਪਹਿਲੇ ਕਥਾਵਾਚਕ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਦੇ ਪਾਸੋਂ ਪਾਵਨ ਗੁਰਬਾਣੀ ਲਿਖਵਾਉਣੀ ਕੀਤੀ। ਸਤਿਗੁਰੂ ਜੀ ਪਹਿਲੀਆਂ ਪੋਥੀਆਂ ਤੋਂ ਉਤਾਰਾ ਕਰਦੇ ਔਰ ਕੰਠਾਗਰਦ ਆਪਣੇ ਕੰਠ ਤੋਂ ਉਚਾਰਨ ਕਰਕੇ ਪਾਵਨ ਬਾਣੀ ਲਿਖਵਾਉਂਦੇ ਤੇ ਸਤਿਕਾਰਯੋਗ ਸ਼੍ਰੀਮਾਨ ਭਾਈ ਗੁਰਦਾਸ ਜੀ ਲਿਖਦੇ ਜਾਂਦੇ, ਸੇਵਾ ਨਿਭਾਉਂਦੇ। ਮੈਂ ਕਹਾਂਗਾ ਭਾਈ ਗੁਰਦਾਸ ਜੀ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਤੁਸੀਂ ਰੱਬੀ ਬਾਣੀ ਦਾ ਇੱਕ ਇੱਕ ਅੱਖਰ ਆਪਣੇ ਨੇਤਰਾਂ ਦੁਆਰਾ ਤੱਕਿਆ, ਇੱਕ ਇੱਕ ਅੱਖਰ ਆਪਣੇ ਹਸਤ ਕਮਲਾਂ ਦੁਆਰਾ ਲਿਖਿਆ ਔਰ ਇੱਕ ਇੱਕ ਅੱਖਰ ਨੂੰ ਆਪਣੇ ਰਸਨਾ ਦੁਆਰਾ ਬੋਲ ਕਰਕੇ ਸ਼ਰਵਣ ਕੀਤਾ ਆਪਣੇ ਕੰਨਾਂ ਦੁਆਰਾ। ਬਹੁਤ ਵੱਡੇ ਭਾਗ। ਜਦੋਂ ਪਾਵਨ ਬਾਣੀ ਲਿਖਤ ਹੋ ਗਈ ਤੇ ਰਾਮਸਰ ਦੇ ਅਸਥਾਨ ਤੇ ਬੈਠਿਆਂ ਹੀ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਕੇ ਸਿੱਖਾਂ ਦੇ ਨਾਲ ਇੱਕ ਵਚਨ ਕੀਤਾ ਜੋ ਰਾਸ ਤੀਸਰੀ ਦੇ ਅੰਦਰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ। ਮੇਰੇ ਵਿਦਿਆ ਦਾਤੇ ਨੇ ਗ੍ਰੰਥ ਪੜ੍ਹਾਏ ਸਨ ਤੇ ਉਸ ਸਮੇਂ ਦੇ ਕੁਝ ਕੁ ਸ਼ਬਦ ਗ੍ਰਹਿਣ ਕੀਤੇ ਹੋਏ ਤੁਹਾਡੇ ਨਾਲ ਸਾਂਝੇ ਕਰਦਾ। ਗੁਰੂ ਪਾਤਸ਼ਾਹ ਨੇ ਵਚਨ ਕਿਹਾ, ਸ਼ੀਕ ਲਗੇ ਸਭ ਕੋ ਤਬ ਦੇਵਨ, ਸ਼੍ਰੇਹ ਭਰੇ ਬਚ ਜਾਓ ਫਰਮਾਇਓ, ਗ੍ਰੰਥ ਜਹਾਜ ਸੋ ਭੌਜਲ ਕੋ, तर जात सुखैन जिनी चित लायो, श्री गुर केर शरीर जाओ, सब थान समय सब नह दर सह हैं, ग्रंथ हृदा गुर का एहो जानो, उत्तम है सब काल रहे हैं। मेरो स्वरूप ते जाते है दीरग, साहिब जान अदायब कहें, पूजो केसर चंदन को घस, धूप तुखाए फूल चढ़ाए हैं। ਭਾਵੇਂ ਸ਼ਬਦ ਬੜੇ ਕੀਮਤੀ ਨੇ ਪਰ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਾਂਗਾ ਕਿ ਮੇਰੇ ਇਹ ਕੰਠ ਕੀਤੇ ਹੋਏ ਸ਼ਬਦ ਜੇ ਤੁਸੀਂ ਸੁਣ ਕਰਕੇ ਮੈਂ ਤੇ ਤੁਸੀਂ ਹਿਰਦੇ ਵਿੱਚ ਵਸਾਵਾਂਗੇ, ਇਹਦਾ ਫਾਇਦਾ ਤਾਂ ਹੀ ਹੈ। ਪੜਿਆ ਸੁਣਿਆ ਗਾਇਆ ਬੋਲਿਆ ਇਹ ਸਾਡਾ ਤਾਂ ਹੀ ਸਫਲ ਹੈ ਜੇ ਹਿਰਦੇ ਵਿੱਚ ਬਸੇਗਾ। ਫਿਰ ਦੁਬਾਰਾ ਕਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੇਰੇ ਸਰੀਰ ਨਾਲੋਂ ਵੀ ਦੀਰਘ ਤੇ ਵਿਸ਼ਾਲ ਹੈ ਪਾਵਨ ਬਾਣੀ। ਤੇ ਗੁਰੂ ਕੇ ਸਿੱਖੋ ਤੁਸੀਂ ਇਸ ਤੇ ਪੂਰਨ ਭਰੋਸਾ ਰੱਖਣਾ ਹੈ ਔਰ ਗੁਰੂ ਕੀ ਪਾਵਨ ਬਾਣੀ ਦਾ ਜਾਪ ਕਰਨਾ ਹੈ। ਤੇ ਆਦਿਕ ਬਹੁਤ ਸਾਰੇ ਸਤਿਗੁਰੂ ਜੀ ਨੇ ਸ਼ਬਦ ਕਹਿਣੇ ਕੀਤੇ। ਅਖੀਰ ਆ ਕੇ ਵੀ ਬਚਨ ਕਿਹਾ, ਪੂਜੋ ਕੇਸਰ ਚੰਦਨ ਕੋ ਘਸ, ਧੂਪ ਤੁਖਾਏ ਫੂਲ ਚੜਾਏ ਹੈ। ਮਹਾਰਾਜ ਨੂੰ ਫੁੱਲ ਮਲਾਵਾਂ ਭੇਟ ਕਰਨੀਆਂ ਔਰ ਸੁਗੰਧੀ ਵਾਲੇ ਅਤਰ ਫਲੇਲ ਛਿੜਕਣੇ ਭਾਈ, ਇਹ ਵੀ ਜ਼ਰੂਰੀ ਨੇ। ਅਦਬ ਸਤਕਾਰ ਵੱਧ ਤੋਂ ਵੱਧ ਰੱਖਣਾ ਹੈ ਪਾਵਨ ਗੁਰਬਾਣੀ ਦਾ। ਤੇ ਅੱਜ ਭਾਈ ਬਹੁਤ ਸਾਰੇ ਐਸੇ ਸਿਆਣੇ ਸਾਡੇ ਅੰਦਰ ਪ੍ਰਚਾਰਕ ਪੈਦਾ ਹੋ ਚੁੱਕੇ ਨੇ ਜਿਹੜੇ ਕਹਿੰਦੇ ਨੇ ਇਹਨਾਂ ਕਰਮਾਂ ਦੀ ਕੋਈ ਲੋੜ ਨਹੀਂ ਹੈ, ਇਹਨਾਂ ਗੱਲਾਂ ਦੀ ਕੋਈ ਲੋੜ ਨਹੀਂ ਹੈ। ਇਹ ਬਹੁਤ ਵੱਡਾ ਦੁਖਾਂਤ ਹੈ ਗੁਰਮੁਖ ਪਿਆਰਿਓ। ਪਹਿਲੋਂ ਪਹਿਲ ਕੀ ਹੋ ਰਿਹਾ ਸੀ? ਪਹਿਲੋਂ ਪਹਿਲ ਇਹਨਾਂ ਨੇ ਸ਼ੁਰੂ ਕੀਤਾ, ਇਹ ਚਿੱਟੇ ਚੋਲੇ ਵਾਲੇ, ਇਹ ਨੰਗੀਆਂ ਲੱਤਾਂ ਵਾਲੇ ਗੁੰਮਰਾਹ ਕਰ ਰਹੇ ਨੇ। ਹੌਲੀ ਹੌਲੀ ਕਰਦੇ ਆ
इन्हां दे ग्रंथां ते टीका टिप्पणी होनी शुरू हो गई कि इन्हां दियां बरसियां जां इन्हां दे जीवन दे ग्रंथ क्यों लिखे जाते हैं, ये झूठियां कहानियां ने। ते असीं कुछ नहीं कहा, इस तो होर उपर हो गए। कहंदे जो भी पावन इतिहास है ये सारा गलत है। कवि राज भाई संतोख सिंह जिन्हां ने अपने जीवन दे अंदर गुरु सवारियो, अणथक मेहनत करके उस गुरु सवारे गुरु प्यारे ने भाई संत सिंह जियां तो विद्या प्राप्त करके अपने जीवन का बड़ा हिस्सा इतिहास नूं लिखण वास्ते लाउणा कीता। गुरु सवारियो, उस गुरमुख दे जीवन दे अंदर एक कथा यह भी है कि घर दे विच बच्चे ने जन्म लिया ते ओदी घरवाली इतराज करदी है, संतोख सिया की दिता गुरु नानक करदा रहिंदा है, घर दे अंदर आर्थिक तंगी बड़ी है, देख अज बच्चे नूं पियाउण वास्ते घरे चमचा दुध दा नहीं, इतनी अत दी गरीबी। पर भाई संतोख सिंह दा भरोसा, ओदा अकीदा, क्योंकि पावन बाणी कहती है बसता टूटी चौपरी चीर सब छिन्ना, जात ना पत ना आदरो उद्यान पर मिन्ना, मित्र ना इटतन रूपहीन के शाक न सिन्ना, राजा सगली शिष्ट का हर नाम मन भिन्ना, तिसकी धूड़ मन उधरै प्रभ होए सो प्रसन्ना। आर्थिक तंगी बड़ी है पर गुरु नानक दा पल्ला नहीं छड्डिया। भागां वालिए, गुरु नानक दा दर बहुत वड्डा है, अजे आपां पात्र नहीं बने। जदों कैंथल दे राजा सत्कारयोग महाराजा उदय सिंह दी पारखी नज़र ने उन्हां नूं परखिया ते उन्हां ने अपने कोल ले आंदा। ग्रंथ लगवाउण दी सेवा जिम्मेवारी माया दी उन्हां ने लैणी कीती। एक हवेली है और उस हवेली दे अंदर नौकर भी दिते गए। नौकरां तो इलावा उन्हां नूं दुध पीण वास्ते मੱਝਾਂ गावां दा इंतजाम भी किया गया। कवि राज जी हर रोज केसी इशनान करते ते उस समय ज्यादा घड़े का इस्तेमाल किया जाता। जेड़े सज्जण की सेवा घड़ा रखण दी सी, इतिहास अंदर आउंदा, उन्हां दे जीवन विच आउंदा है। वो अज जिथे पानी रखना सी उत्थे दुध रखिया गया, जिथे दुध रखना सी उत्थे पानी रखिया गया। कवि राज जी चौथे पहरे सुबह के सुरतियां उपजै जाओ, तिना दरियावा स्यों दोस्ती मन मुख सच्चा नाव, चिड़ी चौकी पौ फुटी वगण बहुत तरंग, अचरज रूप संतन रचे नानक नामै रंग। जेड़े अज इस गल ते किंतु परंतु करते ने, उन्हां नूं नहीं पता कि अमृत वेले 1 वजे सूइयां कित्थे होंदियां ने। जिहड़ा टैंपीस है उहदियां सूइयां कित्थे होंदियां ने, क्योंकि जद उठना ही नहीं, अमृत वेला नहीं संभालना। मैं भी उन्हां दे विचों ही हाँ भाई, ये नहीं कि मैं तुहानूं कह रहा मैं भी उन्हां विचों। जिन्हें अमृत वेला नहीं संभालिया भाई, उहदे जीवन दे अंदर कुछ भी नहीं। ये बाजा बजा लेना, कथा कर लैनी, ये कोई बहुती वड्डी गल नहीं है, बहुती वड्डी गल नहीं, हर कोई कर सकता है। ते गुरमुख प्यारिओ, जदों अमृत वेला होया, भिन्नी रैनड़िए चमकण तारे जागै संत जना मेरे राम प्यारे। वो अमृत वेले जागण वाला भाई संतोख सिंह जदों गागर चुप करके इशनान करन लग्या, वो दुध दे नाल केसी इशनान हो गया। उच्ची आवाज दिती, भागां वालिए देख गुरु नानक दी रहमत, कदे घर दे विच चमचा दुध दा नहीं सी, अज दुध दे नाल केसी इशनान करवा दिता है। अजे भी नहीं समझदी गुरु नानक महाराज दी लीला। उस गुरमुख ने आर्थिक तंगियां दे विच भी साडा इतिहास लिखिया, पर अज असीं एसियां विच बैठ करके उस गुरमुख दी निंदिया करदे हां, उस गुरमुख नूं बोलदे हां। हाँ, मैं ये कहांगा, कवि राज दी जितनी अमृत लिखत है उहदे विच कोई भी मिथ्या नहीं, पर जिहड़ा ग्रंथ बनिया उहदे विच बहुत सारियां ऊणताइयां ने। ਉਹ ਊਣਤਾਈਆਂ ਬਾਅਦ ਵਿੱਚ ਪਈਆਂ, ਉਹਨਾਂ ਨੂੰ ਅਸੀਂ ਹੰਸ ਦੀ ਨਿਆਈ ਦੁੱਧ ਤੇ ਪਾਣੀ ਵੱਖਰਾ ਕਰ ਸਕਦੇ ਹਾਂ, ਪਰ ਆਪਣਾ ਪੱਲਾ ਚੱਕ ਕੇ ਢਿੱਡ ਨੰਗਾ ਨਹੀਂ ਕਰਨਾ ਚਾਹੀਦਾ। ਉਹਨਾਂ ਵਿੱਚੋਂ ਕੱਢੀਏ ਉਹ ਗੱਲਾਂ ਜਿਹੜੇ ਸਿਆਣੇ ਨੇ, ਮੇਰੇ ਵਿਦਿਆ ਦਾਤੇ ਨੇ, ਇਹ ਸਾਰੇ ਗ੍ਰੰਥਾਂ ਦੀ ਕਥਾ ਕੀਤੀ। ਸਾਨੂੰ ਤਾਂ ਕਦੇ ਨਹੀਂ ਉਹਨਾਂ ਨੇ ਇਹ ਗੱਲ ਦੱਸੀ ਹੈ ਭਾਈ ਇਸ ਤਰ੍ਹਾਂ ਨਹੀਂ। ਉਹ ਕਹਿੰਦੇ ਜੁੜਨ ਦੀ ਗੱਲ ਕਰੋ, ਟੁੱਟਣ ਦੀ ਨਹੀਂ। ਤੇ आओ मैं ਉੱਥੇ ਲੈ ਆਵਾਂ। कवि राज जी कहते सीख लगे सबको तब देवन श्रेय भरे बच जाओ फरमायो, ग्रंथ जहाज सो भौजल को तर जात सुकैन जिनी चित लायो, श्री गुर केर शरीर जो सब थान समय सब नह दरसै हैं, ग्रंथ हृदा गुर का एहो जानो उत्तम है सब काल रहे।
मेरो स्वरूप ते जाते है दीर्घ साहिब जान अदायब कहें पूजो केसर चंदन को कास धूप तुखाए फूल चढ़े है। ये गुरु अर्जन देव महाराज दे पावन बोल। पावन बाणी कहती है हमारी प्यारी अमृत धारी गुर निमख न मन ते टारी रे दर्शन परसन सरसन हरसन रंग रंगी करतारी रे खिन राम गुर गम हर दम नह जम हर कंठ नानक और हारी रे। पातशाह कहते कदे अपने गले दा हार इस पावन बाणी नूं बना के पा लैना कर गुरमुखा तेरे गल दे विच कदे जमां दी फांसी नहीं पवेगी। आखो सतनाम श्री वाहिगुरू। पावन बाणी दा हार पा अपने गल दे विच जमां दी फांसी नहीं पवेगी। एक गल होर दसां, जो पावन बाणी दा पाठ भावना शरधा सत्कार सहित गुरु नूं हाजर नाजर जान के करेगा वो कदाचित किसी ते टीका टिप्पणी नहीं करेगा, वो मिथ्या गल नहीं करेगा। ਗਿਆਨੀ ਸ਼ੇਰ ਸਿੰਘ ਜੀ अंबाले वाले साडी बुढ़ा दल निहंग सिंह जथेबंदी दे अच्छे प्रचारक ने, विद्वान ने। नागपुर कथा करन कर चले गए, कहंदे ज्ञानी जी कादी कथा करदे हो? अजकल नौजवान नैट तो पढ़ पढ़ के ना गल्लां थोड़ी जिहियां आउंदियां हुंदियां। ਉਹ ਕਾਦੀ ਕਥਾ ਕਰਦੇ ਹੋ? ਕਹਿੰਦੇ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਕਰਦੇ। ਕਹਿੰਦੇ ਗ੍ਰੰਥ ਤਾਂ ਇੱਕੋ ਹੀ ਹੈ ਜੀ, ਗ੍ਰੰਥ ਤਾਂ ਇੱਕੋ ਹੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਕਹਿੰਦੇ ਅੱਛਾ ਜੀ। ਸ਼ੇਰ ਸਿੰਘ ਜੀ ਕਹਿੰਦੇ ਮੈਂ ਕਿਹਾ ਤੁਸੀਂ ਸੰਥਿਆ ਲੈ ਲਈ? ਉਹ ਕਹਿੰਦੇ ਹਾਂ ਜੀ। ਕਹਿੰਦੇ ਕਿੰਨੇ ਅੰਗ ਹੋ ਗਏ? ਕਹਿੰਦੇ 35 ਅੰਗ ਹੋ ਗਏ। 35 ਅੰਗ ਹੋ ਗਏ। ਕਹਿੰਦੇ 1395 ਪੜ੍ਹ ਕੇ ਅਮਲ ਕਰਕੇ ਫਿਰ ਮੇਰੇ ਕੋਲ ਆਇਓ, ਫਿਰ ਗੱਲ ਕਰਾਂਗੇ ਬਹਿ ਕੇ। ਜਾਪਜੀ ਸਾਹਿਬ ਸ਼ੁੱਧ ਨਹੀਂ ਹੈ ਤੇ ਗੱਲਾਂ ਕਰਨ ਲੱਗ ਪੈਨੇ ਆ ਅਸੀਂ ਉਹਨਾਂ ਗ੍ਰੰਥਾਂ ਦੇ ਵਿੱਚ ਟੀਕਾ ਟਿੱਪਣੀਆਂ ਕਰਨ ਦੀ। ਗੁਰਮੁਖ ਪਿਆਰਿਓ, ਅੱਜ ਦਾ ਬਹੁਤ ਵੱਡਾ ਦੁਖਾਂਤ ਹੈ, ਬਹੁਤ ਵੱਡਾ ਦੁਖਾਂਤ ਹੈ। ਇਹ ਸਾਡੇ ਇਤਿਹਾਸ ਦੇ ਸਰੋਤ ਆਕੀ ਸਾਖੀ ਵਿਲਾਸ ਤੇ ਪ੍ਰਕਾਸ਼ ਹੈ ਸਾਡੇ ਕੋਲ, ਪਰ ਇਹਨਾਂ ਨੇ ਕੀ ਕੀਤਾ? ਚਲੋ ਸੰਤਾਂ ਨੂੰ ਵੀ ਛੱਡੋ ਜੀ, ਅਸੀਂ ਮਾੜੇ ਆ। ਇਹਨਾਂ ਦੀਆਂ ਸਾਖੀਆਂ ਵੀ ਨਾ ਪੜੋ, ਇਹਨਾਂ ਦੇ ਗ੍ਰੰਥ ਵੀ ਨਾ ਪੜੋ, ਇਹ ਵੀ ਚਲੋ ਜੀ ਇਹਨਾਂ ਦੀਆਂ ਆਪ ਦੀਆਂ ਕਥਾ ਕਹਾਣੀਆਂ ਨੇ। ਉਸ ਤੋਂ ਬਾਅਦ ਇਤਿਹਾਸ ਨੂੰ ਫੜਿਆ, ਆਖੀ ਸਾਖੀ ਵਿਲਾਸ ਤੇ ਪ੍ਰਕਾਸ਼ ਦੇ ਅੰਦਰ ਗਲਤੀਆਂ ਕੱਢ ਦਿੱਤੀਆਂ। ਹੁਣ ਇੱਕ ਭਾਈ ਹੈ ਬਲਜੀਤ ਸਿੰਘ ਦਿੱਲੀ, ਉਹਦੀ ਮੈਂ ਕਲਿੱਪ ਸੁਣੀ, ਮੇਰਾ ਮਨ ਬੜਾ ਦੁਖੀ ਹੋਇਆ। ਉਹ ਕਹਿੰਦਾ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਆਉਂਦਾ ਹੈ, ਕਹਿੰਦਾ ਗੁਰਸਿੱਖੋ ਤੁਹਾਡੇ ਕਥਾ ਕੀਰਤਨ ਦਰਬਾਰਾਂ ਦਾ ਕੋਈ ਫਾਇਦਾ ਨਹੀਂ। ਇੱਕ ਸਿੱਖ ਹੋ ਕਰਕੇ ਗੁਰੂ ਨਾਨਕ ਦੇ ਘਰ ਦਾ ਆਪਣੇ ਬੋਲਾਂ ਦੁਆਰਾ ਪੈਸਾ ਲੈ ਕੇ ਰੋਟੀ ਖਾਣ ਵਾਲਾ ਅੱਜ ਇਹ ਕਹਿ ਰਿਹਾ ਕਿ ਸਿੱਖੋ ਕਥਾ ਕੀਰਤਨ ਦੇ ਇਹਨਾਂ ਦਰਬਾਰਾਂ ਦਾ ਕੋਈ ਫਾਇਦਾ ਨਹੀਂ। ਮੇਰੇ ਮਾਲਕ ਨੇ ਕਿਹਾ ਸੀ ਜਦੋਂ ਵੀ ਜਾਂਦੇ ਗੁਰੂ ਨਾਨਕ ਪਾਤਸ਼ਾਹ ਕਿਤੇ ਗਏ, ਜਦੋਂ ਲੋਕਾਂ ਨੇ ਕਿਹਾ ਮਹਾਰਾਜ ਮਾੜੇ ਕਰਮ ਨੇ ਕਿਵੇਂ ਸੁਧਰਨਗੇ, ਗੁਰੂ ਨਾਨਕ ਪਾਤਸ਼ਾਹ ਇੱਕੋ ਹੀ ਗੱਲ ਕਹਿੰਦੇ, ਭਲਿਓ ਆਪਣੀ ਕਮਾਈ ਦੇ ਨਾਲ ਪਹਿਲਾਂ ਧਰਮਸ਼ਾਲਾ ਬਣਾਓ। ਧਰਮਸ਼ਾਲਾ ਬਣ ਗਈ। ਮਹਾਰਾਜ ਜੀ ਹੁਣ ਕੀ ਕਰਨਾ ਇਸ ਇਮਾਰਤ ਦੇ ਵਿੱਚ? ਪਾਤਸ਼ਾਹ ਕਹਿੰਦੇ ਇੱਥੇ ਤੁਸੀਂ ਸਵੇਰ ਸ਼ਾਮ ਇਕੱਠੇ ਹੋ ਕਰਕੇ ਵਾਹਿਗੁਰੂ ਜੀ ਦੇ ਨਾਮ ਦਾ ਕੀਰਤਨ ਕਰਨਾ ਹੈ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਮਾਰਗ ਨੇ ਦਿੱਤੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤਿ ਦੇ ਰਹੱਸ ਨੂੰ ਪ੍ਰਾਪਤ ਕਰਨ ਵਾਲੇ ਅਸੀਂ 3 ਤਰੀਕੇ ਵਰਤੇ ਨੇ। ਉਹ 3 ਤਰੀਕੇ ਨੇ ਪਾਵਨ ਬਾਣੀ ਦਾ ਪਾਠ ਕਰਨਾ, ਮੇਰਾ ਸਮਾਂ ਵੀ 7 ਮਿੰਟ ਰਹਿ ਗਏ ਨੇ। ਪਾਵਨ ਬਾਣੀ ਦਾ ਪਾਠ ਕਰਨਾ, ਪਾਵਨ ਬਾਣੀ ਦਾ ਕੀਰਤਨ ਕਰਨਾ, ਪਾਵਨ ਗੁਰਬਾਣੀ ਦੀ ਕਥਾ ਕਰਨਾ। ਇਹ 3 ਤਰੀਕਿਆਂ ਦੁਆਰਾ ਅਸੀਂ ਮਹਾਰਾਜ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਦੇ ਹਾਂ। ਗੁਰੂ ਨਾਨਕ ਮਹਾਰਾਜ ਨੇ 3 ਤਰੀਕੇ ਦਿੱਤੇ। ਭਾਈ ਤੁਸੀਂ ਇਸ ਧਰਮਸ਼ਾਲਾ ਦੇ ਅੰਦਰ, ਗੁਰੂ ਨਾਨਕ ਦਾ ਜੋ ਆਸ਼ਾ ਸੀ, ਸ਼੍ਰੀਮਾਨ ਭਾਈ ਗੁਰਦਾਸ ਜੀ ਨੇ ਅੰਕਰ ਕੀਤਾ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਉੱਥੇ ਸਦਾ ਹੀ ਕੀਰਤਨ ਹੋਵੇ, ਘਰ ਘਰ ਦੇ ਅੰਦਰ ਧਰਮਸ਼ਾਲਾ ਹੋਵੇ, ਹਰ ਇੱਕ ਘਰ ਗੁਰਦੁਆਰਾ ਬਣ ਜਾਵੇ। ਇਹ ਹੌਲੀ ਹੌਲੀ ਸ਼ਬਦ ਧਰਮਸ਼ਾਲਾ ਤੋਂ ਬਦਲਦਾ ਬਦਲਦਾ ਗੁਰਦੁਆਰਾ ਬਣੇ। ਧਰਮਸ਼ਾਲ ਉਹ ਜਗ੍ਹਾ ਜਿੱਥੇ ਧਰਮ ਦੀ ਗੱਲ ਕੀਤੀ ਜਾਵੇ। ਅਸੀਂ 3 ਤਰੀਕਿਆਂ ਦੁਆਰਾ ਪਾਵਨ ਬਾਣੀ ਪੜ੍ਹਦੇ ਤੇ ਉਹ ਭਾਈ ਕਹਿੰਦੇ ਕਥਾ ਕੀਰਤਨ ਦਾ ਕੋਈ ਲਾਭ ਨਹੀਂ। ਮੈਨੂੰ ਦੱਸੋ ਗੁਰਮੁਖ ਪਿਆਰਿਓ, ਜਿੰਨੇ ਤੁਸੀਂ ਆਏ ਹੋ, ਸਤਿਗੁਰੂ ਜੀ ਦੀ ਪਾਵਨ ਬਾਣੀ ਕਹਿੰਦੀ ਹੈ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਉਹ ਸਤਿਗੁਰੂ ਜੀ ਦੇ ਜੀਵਨ ਵਿੱਚ ਵੀ ਖਾਮੀਆਂ, ਸਤਿਗੁਰੂ ਜੀ ਦੀ ਹੁਣ ਪਾਵਨ ਬਾਣੀ ਦੇ ਅੰਦਰ ਖਾਮੀਆਂ ਕੱਢਣ ਲੱਗ ਪਏ। ਦਿੱਤੇ ਹੋਏ ਸਿਧਾਂਤ ਤੇ ਪਾਵਨ ਖਾਮੀਆਂ ਨਿਕਲਣ ਲੱਗ ਪਈਆਂ। ਦਿੱਤਾ ਹੋਇਆ ਸਿਧਾਂਤ ਹੈ ਸਾਡੇ, ਅਸੀਂ ਮਾਲਕ ਦੀ ਗੱਲ ਮੰਨੀਏ ਜਾਂ ਕੱਲ ਦੇ ਜੰਮਿਆ ਹੋਇਆਂ ਦੀ ਗੱਲ ਮੰਨੀਏ ਜਿਨ੍ਹਾਂ ਨੂੰ ਆਉਂਦਾ ਕੁਝ ਨਹੀਂ।
ਉਹ ਕਹਿ ਰਹੇ ਨੇ ਕਥਾ ਕੀਰਤਨ ਦਾ ਕੋਈ ਫਾਇਦਾ ਨਹੀਂ, ਰਾਗੀਆਂ ਨੇ ਆਉਣਾ ਹੈ, ਉਹਨਾਂ ਨੇ ਪੈਸੇ ਲੈ, ਉਹ ਭਲਿਓ ਜੇ ਪੈਸੇ ਲੈ ਜਾਣੇ ਤੁਹਾਨੂੰ ਬਾਣੀ ਵੀ ਸੁਣਾ ਕੇ ਜਾਣੀ ਹੈ। ਉਹ ਬਾਣੀ ਗਾਵਤੇ ਉਧਰੇ ਸੁਣਤੇ ਉਧਰੇ, ਬਿਨ ਸੇ ਪਾਪ ਘਨੇਰੇ। ਜਿਸ ਬਾਣੀ ਨੂੰ ਸੁਣਨ ਦੇ ਨਾਲ, ਜਿਸ ਬਾਣੀ ਨੂੰ ਪੜ੍ਹਨ ਦੇ ਨਾਲ ਸਾਡੇ ਕਲਾ ਕਲੇਸ਼ ਮਿਟਦੇ ਨੇ, ਉਹ ਸਾਨੂੰ ਸੁਣਾ ਕੇ ਜਾਣੀ ਹੈ, ਉਹ ਬਾਣੀ ਸੁਣਾ ਕੇ ਜਾਣੀ ਹੈ। ਪਰ ਅੱਜ ਇਹਨਾਂ ਕੀਰਤਨ ਦਰਬਾਰ, ਕਥਾ ਦਰਬਾਰਾਂ ਤੇ ਵੀ ਟੀਕਾ ਟਿੱਪਣੀਆਂ। ਸਿੱਖੋ, ਇਹ ਡੂੰਗੀ ਸੋਚ ਸਾਜ਼ਿਸ਼ ਹੈ ਕਿ ਇਹ ਸਿੱਖ ਸੰਗਤ ਤੋਂ ਵੀ ਟੁੱਟ ਜਾਣ, ਇਹ ਸਿੱਖ ਆਪਣੇ ਕੀਰਤਨ ਤੋਂ ਟੁੱਟ ਜਾਣ, ਸਿੱਖ ਆਪਣੀ ਬਾਣੀ ਤੋਂ ਟੁੱਟ ਜਾਣ। ਦਸਮ ਦੀ ਬਾਣੀ, ਪਾਵਨ ਗੁਰੂ ਗ੍ਰੰਥ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੁਖ ਤੋਂ ਉਚਾਰਨ ਕੀਤੇ ਹੋਏ ਬਚਨ, ਉਹਨਾਂ ਦੇ ਵਿੱਚ ਵੀ ਖਾਮੀਆਂ। ਫਿਰ ਭਲਿਆ ਜਿਹੜਾ ਤੇਰੇ ਮੂੰਹ ਵਿੱਚੋਂ ਬੋਲ ਨਿਕਲਦਾ ਸੱਚਾ ਤਾਂ ਫਿਰ ਉਹੀ ਹੈ, ਬਾਕੀ ਤਾਂ ਸਭ ਕੁਝ ਮਿੱਥਿਆ ਝੂਠਾ ਹੋ ਗਿਆ। ਗੁਰੂ ਅਰਜਨ ਦੇਵ ਨੇ ਆਪਣੇ ਸਿੱਖਾਂ ਨੂੰ ਜਦੋਂ ਪਾਵਨ ਗੁਰਬਾਣੀ ਦੇ ਸੰਬੰਧ ਅੰਦਰ ਬਚਨ ਕੀਤੇ ਸਨ, ਉਦੋਂ ਗੁਰੂ ਕੇ ਸਿੱਖਾਂ ਨੇ ਆ ਕੇ ਹੱਥ ਜੋੜ ਬੇਨਤੀ ਕੀਤੀ, ਪਾਤਸ਼ਾਹ ਜਿੱਥੇ ਸਾਨੂੰ ਤੁਸੀਂ ਪਾਵਨ ਬਾਣੀ ਦਿੱਤੀ ਹੈ, ਹੁਣ ਇਹ ਦੱਸੋ ਇਸ ਪਾਵਨ ਗੁਰਬਾਣੀ ਨੂੰ ਸਮਝਣ ਵਾਸਤੇ ਅਸੀਂ ਕਿਸ ਤਰੀਕੇ ਨੂੰ ਅਪਣਾਈਏ। ਮਹਾਰਾਜ ਨੇ 3 ਤਰੀਕੇ ਦੱਸੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪਹਿਲਾ ਤਰੀਕਾ ਹੈ ਪਾਵਨ ਗੁਰਬਾਣੀ ਦਾ ਪਾਠ ਕਰਨਾ। ਮਹਾਰਾਜ ਜੀ ਇਹਦਾ ਫਿਰ ਮਹੱਤਵ ਕੀ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ ਜਥਾ ਕੂਪ ਕੀ ਖੇਤੀ ਹੋਏ, ਸਿੰਚਤ ਨੀਰ ਹਰੀ ਕਰ ਸੋਏ। ਕਵੀ ਰਾਜ ਜੀ ਦੇ ਬਚਨ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸਿੱਖੋ, ਜਿਹੜਾ ਪਾਵਨ ਗੁਰਬਾਣੀ ਦਾ ਪਾਠ ਕਰਨ ਵਾਲਾ ਹੈ, ਕਹਿੰਦੇ ਉਹ ਇਸ ਤਰ੍ਹਾਂ ਸਮਝੋ ਜਿਵੇਂ ਕਿਸੇ ਦੇ ਖੇਤ ਵਿੱਚ ਖੂਹ ਲੱਗਿਆ ਹੋਵੇ। ਪਹਿਲੇ ਸਮਿਆਂ ਦੇ ਅੰਦਰ ਖੂਹ ਲਗਾਉਣਾ ਬੜੀ ਮੁਸ਼ਕਲ ਵਾਲੀ ਗੱਲ। ਪੰਜਾਬ ਤੇ ਤਾਂ ਮਾਲਕ ਦੀ ਕਿਰਪਾ ਹੈ, ਦੇਸਨ ਮੇ ਪਰਦੇਸ ਪੰਜਾਬ, ਇਹ ਜਿਹਾ ਦੇਸ਼ ਨਹੀਂ ਕਿਤੇ। ਪਰ ਹਿੰਦੁਸਤਾਨ ਦੇ ਕਈ ਸੂਬਿਆਂ ਦੇ ਵਿੱਚ ਕੀ, ਇੱਥੇ ਤੁਸੀਂ ਮਹਾਰਾਸ਼ਟਰ ਚਲੇ ਜਾਓ, ਰਾਜਸਥਾਨ ਚਲੇ ਜਾਓ, ਉਹਨੂੰ ਪੁੱਛਿਓ ਕਿ ਖੂਹ ਕਿਵੇਂ ਲਗਵਾਈਂਦਾ ਹੈ, ਪਾਣੀ ਕਿਵੇਂ ਪ੍ਰਾਪਤ ਕਰੀਂਦਾ ਹੈ। ਮਹਾਰਾਜ ਕਹਿੰਦੇ ਜਿਹਦੇ ਖੇਤ ਵਿੱਚ ਖੂਹ ਲੱਗਿਆ ਹੈ, ਜਥਾ ਕੂਪ ਕੀ ਖੇਤੀ ਹੋਏ, ਸਿੰਚਤ ਨੀਰ ਹਰੀ ਕਰ ਸੋਏ। ਕਹਿੰਦੇ ਉਹ ਇੱਕੋ ਹੀ ਭਾਈ ਆਪਣੇ ਖੇਤਾਂ ਨੂੰ ਸਿੰਜ ਲੈਂਦਾ ਹੈ, ਉਹਦੀ ਖੇਤੀ ਹਰੀ ਭਰੀ ਹੋ ਜਾਂਦੀ ਹੈ। ਪਾਵਨ ਗੁਰਬਾਣੀ ਦਾ ਜਾਪ ਕਰਨਾ, ਪਾਠ ਕਰਨਾ ਵੀ ਇਸ ਤਰ੍ਹਾਂ ਹੀ ਹੈ। ਉਸ ਗੁਰਮੁਖ ਦਾ ਹਿਰਦਾ ਰੂਪੀ ਖੇਤੀ ਜਿਹੜੀ ਹੈ ਉਹ ਸਿੰਜੀ ਜਾਂਦੀ ਹੈ। ਸਤ ਸੰਤੋਖ ਦਇਆ ਧਰਮ ਧੀਰਜ ਐਸੇ ਉਸ ਨੂੰ ਫਲ ਔਰ ਫੁੱਲ ਲੱਗਦੇ ਨੇ। ਉਹਦੀ ਖੇਤੀ ਐ ਲੱਪਾ ਲੱਭ ਭਰ ਜਾਂਦੀ ਹੈ, ਫਲਾਂ ਦੇ ਸਹਿਤ ਹੋ ਜਾਂਦੀ ਹੈ। ਮਹਾਰਾਜ ਜੀ ਨੇ ਅਗਲਾ ਵਚਨ ਕਿਹਾ ਕੀਰਤਨ ਦੇ ਸੰਬੰਧ ਅੰਦਰ। ਮਹਾਰਾਜ ਕਹਿੰਦੇ ਕੀਰਤਨ ਭਾਈ ਇਸ ਤਰ੍ਹਾਂ ਹੈ, ਕਹਿੰਦੇ ਜਿਵੇਂ ਮੋਲੇ ਧਰ ਮੀਂਹ ਪੈਂਦਾ ਹੋ। ਪਹਿਲਾ ਜਥਾ ਕੂਪ ਕੀ ਖੇਤੀ ਹੋਏ, ਸਿੰਚਤ ਨੀਰ ਹਰੀ ਕਰ ਸੋਏ। ਅੱਗੇ ਮਹਾਰਾਜ ਕਹਿੰਦੇ ਕੀਰਤਨ ਆਹੇ ਮੇਘ ਕੀ ਵਰਖਾ, ਬਰਖਤ ਹੀ ਸਭ ਜੀਵਨ ਹਰਖਾ। ਜਦੋਂ ਮੀਂਹ ਪੈਂਦਾ ਹੈ, ਮੀਂਹ ਪੈਣ ਤੇ ਮੀਂਹ ਪੈਂਦਾ ਕਿਉਂ ਹੈ? ਉਹ ਵਾਹਿਗੁਰੂ ਜੀ ਜਦੋਂ ਔੜ ਲੱਗਦੀ ਹੈ, ਗਰਮੀ ਆਉਂਦੀ ਹੈ, ਫਿਰ ਅਸੀਂ ਪੁਕਾਰਾਂ ਕਰਦੇ ਹਾਂ ਮੀਂਹ ਪਾਇਆ ਪਰਮੇਸ਼ਰ ਪਾਇਆ। ਉਹ ਵਾਹਿਗੁਰੂ ਜੀ ਮੀਂਹ ਪਾਉਂਦਾ ਹੈ, ਅਸੀਂ ਸਾਰੇ ਸੁਖੀ ਹੋ ਜਾਂਦੇ ਹਾਂ। ਤਨਾਂ ਨੂੰ ਸ਼ਾਂਤੀ ਆ ਜਾਂਦੀ ਹੈ, ਮਨਾਂ ਨੂੰ ਨਹੀਂ। ਮਨਾਂ ਨੂੰ ਸ਼ਾਂਤੀ ਉਦੋਂ ਆਵੇਗੀ ਜਦੋਂ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਬੂੰਦ ਹਿਰਦੇ ਵਿੱਚ ਆਵੇਗੀ। ਉਦੋਂ ਤੱਕ ਤਨ ਕੇਵਲ ਹੈ, ਆਤਮਾ ਨਹੀਂ, ਅੰਦਰੋਂ ਨਹੀਂ, ਮਨ ਕਰਕੇ ਨਹੀਂ, ਹਿਰਦੇ ਕਰਕੇ ਨਹੀਂ। ਤੇ ਗੁਰਮੁਖ ਪਿਆਰਿਓ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹੇ ਕੀਰਤਨ ਕਰਨ ਵਾਲਿਓ ਔਰ ਕੀਰਤਨ ਸੁਣਨ ਵਾਲਿਓ, ਇਹ ਕੀਰਤਨ ਦਾ ਮਹੱਤਵ ਇਸ ਤਰ੍ਹਾਂ ਹੈ ਜਿਵੇਂ ਮੋਲੇ ਧਰ ਮੀਂਹ ਪੈਂਦਾ ਹੈ। ਮੋਲੇ ਧਰ ਮੀਂਹ ਪੈਂਦਾ ਹੋਵੇ, ਮੈਂ ਘਰਾਂ ਵਿੱਚ ਵੇਖਿਆ ਬੀਬੀਆਂ ਜਲਦੀ ਦੇਣੇ ਅੰਦਰੋਂ ਕੂੜਾ ਲਿਆਉਂਦੀਆਂ ਨੇ, ਨਾਲ ਹੀ ਐ ਸੜਕ ਤੇ ਸੁੱਟ ਦਿੰਦੀਆਂ ਨੇ ਵੀ ਹੁਣ ਤਾਂ ਪਾਣੀ ਦੇ ਪ੍ਰਵਾਹ ਦੇ ਨਾਲ ਕੂੜਾ ਨਿਕਲ ਹੀ ਜਾਣਾ। ਇਹ ਕੂੜਾ ਕਰਕਟ ਸਾਰਾ ਹੂੰਝ ਕੇ ਲਾ ਜਾਂਦਾ, ਟੋਬਿਆਂ ਵਿੱਚ ਲੈ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਆ, ਸਾਡੇ ਅੰਦਰ ਜਿਹੜਾ ਕੂੜ ਕਵਾਰ ਭਰਿਆ ਹੋਇਆ ਹੈ, ਈਰਖਾ ਦਾ ਭਰਿਆ ਹੈ, ਦਵੈਸ਼ ਦਾ ਭਰਿਆ ਹੈ, ਔਰ ਜਿਹੜੇ ਕਰਨ ਵਾਲੇ ਨੇ ਉਹਨਾਂ ਦੇ ਅੰਦਰ ਹੈ ਹਉ ਵੱਡ ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਨਿਆਸੀ, ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁੱਧ ਕਵੈ ਨਾ ਨਾਸੀ। ਇਹ ਸਾਰੇ ਵਿਕਾਰਾਂ ਨੂੰ ਕੀਰਤਨ ਰੋੜ ਕੇ ਲੈ ਜਾਂਦਾ ਹੈ ਤੇ ਹਿਰਦੇ ਦੇ ਅੰਦਰ ਨਾਮ ਲਪਾ-ਲਪ ਭਰ ਜਾਂਦਾ ਹੈ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬੋਲ। ਤੀਸਰਾ ਮਹਾਰਾਜ ਜੀ ਕਥਾ ਬਾਰੇ ਵੀ ਦੱਸ ਦਿਓ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਕਹਿੰਦੇ ਕਥਾ ਦਾ ਭਾਈ ਇਸ ਤਰ੍ਹਾਂ ਹੈ, ਸੁਨੋ ਮਹਾਨ ਕਥਾ ਕੋ ਫਲ ਹੈ। ਕਥਾ ਦਾ ਫਲ ਵੀ ਸੁਣ ਲਓ। ਸੁਣੋ ਮਹਾਨ ਕਥਾ ਕੋ ਫਲ ਹੈ, ਝਰੀ ਲਾਏ ਜਿਵੇਂ ਬਰਖਤ ਜਲ ਹੈ, ਥਿਮਕ ਥਿਮਕ ਬੂੰਦੈ ਜੈ ਪਰ ਹੀ, ਤੇ ਅਵਨੀ ਆਪਣੇ ਮੈਂ ਤਰਹੀ। ਕਹਿੰਦੇ ਜਦੋਂ ਕਥਾ ਹੁੰਦੀ ਹੈ, ਆਪਾਂ ਸਿਆਣੇ ਲੋਕ ਜਿਹਨੂੰ ਝੜੀ ਲੱਗਦੀ ਹੈ, ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ ਹੈ,
2 ਮਿੰਟ ਰਹਿ ਗਏ ਜੀ, ਬਸ ਮੈਂ ਪੂਰਾ ਕਰ ਦਿਆਂਗਾ, ਤੁਸੀਂ ਨਾ ਚੱਕੋ ਉਧਰ, ਮੈਨੂੰ ਪਤਾ ਹੈ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਕਹਿੰਦੇ ਜਦੋਂ ਕਥਾ ਹੁੰਦੀ ਹੈ, ਕਹਿੰਦੇ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ ਹੋਵੇ, ਸਿਆਣੇ ਕਹਿੰਦੇ ਹੁਣ ਇਹਨੇ ਵਗਣਾ ਨਹੀਂ, ਹੁਣ ਇਹਨੇ ਚਲਾਏਵਾਨ ਨਹੀਂ ਹੋਣਾ। ਕਹਿੰਦੇ ਕਾਰਨ ਕੀ ਹੈ? ਹੁਣ ਤਾਂ ਕਹਿੰਦੇ ਧਰਤੀ ਇੱਕ ਇੱਕ ਬੂੰਦ ਨੂੰ ਆਪਣੇ ਹਿੱਕ ਵਿੱਚ ਸਮਾਵੇਗੀ, ਇੱਕ ਇੱਕ ਬੂੰਦ ਹਿਰਦੇ ਵਿੱਚ ਸਮਾ ਜਾਵੇਗਾ ਧਰਤੀ ਵਿੱਚ। ਕਹਿੰਦੇ ਇਸੇ ਤਰ੍ਹਾਂ ਹੀ ਜਦੋਂ ਕਥਾ ਹੁੰਦੀ ਹੈ, ਸਾਂਭਣ ਵਾਲੇ ਗੁਰੂ ਸਵਾਰੇ ਉਸ ਕਥਾ ਦੇ ਇੱਕ ਇੱਕ ਬੋਲ ਨੂੰ ਅਜਾਈ ਨਹੀਂ ਜਾਣ ਦਿੰਦੇ। ਉਹ ਆਪਣਾ ਇੱਧਰ ਉੱਧਰ ਖਿਆਲ ਨਹੀਂ ਲੈ ਕੇ ਜਾਂਦੇ, ਉਹਨੂੰ ਪਤਾ ਨਹੀਂ ਹੁੰਦਾ ਕਿ ਬੋਲਦਾ ਕੌਣ ਹੈ, ਉੱਥੇ ਬੋਲਦਾ ਕੌਣ ਹੈ। ਉੱਥੇ ਬਾਬਾ ਭਗਤ ਸਿੰਘ ਜੀ ਵਿਦਵਾਨ ਬੋਲਦੇ ਨੇ ਜਾਂ ਉੱਥੇ ਅਨਪੜ੍ਹ ਅਵਤਾਰ ਸਿੰਘ ਬੋਲਦਾ, ਉਹਨੂੰ ਨਹੀਂ ਪਤਾ ਹੁੰਦਾ। ਉਹਨਾਂ ਨੂੰ ਕੇਵਲ ਇਹ ਪਤਾ ਹੁੰਦਾ ਹੈ ਕਿ ਅਸੀਂ ਤਾਂ ਪਾਵਨ ਗੁਰਬਾਣੀ ਦੀ ਕਥਾ ਸੁਣਨੀ ਹੈ। ਫਿਰ ਇੱਕ ਇੱਕ ਬੋਲ ਉਹਨਾਂ ਦੇ ਹਿਰਦੇ ਵਿੱਚ ਸਮਾ ਜਾਂਦਾ ਹੈ। ਤੇ ਗੁਰਮੁਖ ਪਿਆਰਿਓ, ਇਹ ਪਾਵਨ ਗੁਰਬਾਣੀ ਦੇ ਮਹਾਨ ਰਹੱਸ ਨੂੰ ਸਮਝਣ ਦੇ 3 ਤਰੀਕੇ ਦੱਸੇ। ਤੇ ਸਤਿਗੁਰੂ ਜੀ ਹੁਣ ਇਹ ਵੀ ਦੱਸੋ ਨਾ ਕਿ ਕਥਾ ਦਾ ਪਤੀ ਕੌਣ ਹੈ, ਕੀਰਤਨ ਦਾ ਪਿਤਾ ਕੌਣ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਸਾਹਿਬ ਜੀ ਕਹਿੰਦੇ ਭਾਈ ਉਹ ਹੈ ਪ੍ਰੇਮ, ਆਖੋ ਸਤਨਾਮ ਸ਼੍ਰੀ। ਉਹ ਪ੍ਰੇਮ ਹੈ। ਗੁਰੂ ਕਲਗੀਧਰ ਦੇ ਬਚਨ ਨੇ 10ਵੇਂ ਦੇ ਅੰਦਰ ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਇਹ ਭਾਈ ਪ੍ਰੇਮ ਹੈ। ਪ੍ਰੇਮ ਦੇ ਸੰਯੁਕਤ ਹੋ ਕਰਕੇ ਤੁਸੀਂ ਬਾਣੀ ਪੜ੍ਹਨੀ ਹੈ, ਪ੍ਰੇਮ ਦੇ ਨਾਲ ਕਥਾ ਕਰਨੀ ਹੈ, ਪ੍ਰੇਮ ਦੇ ਨਾਲ ਕੀਰਤਨ ਕਰਨਾ। ਇੱਥੇ ਮੇਰੇ ਵਰਗਿਆਂ ਦੇ ਸੰਬੰਧ ਵਿੱਚ ਇੱਕੋ ਹੀ ਵਚਨ ਕਹਾਂਗਾ ਬਾਬਾ ਜੀ, ਭਾਈ ਬਾਲਾ ਤੇ ਭਾਈ ਕ੍ਰਿਸ਼ਨਾ। ਇਤਿਹਾਸ ਨੇ ਦੋਨਾਂ ਦੇ ਨਾਮ ਜ਼ਿਕਰ ਕੀਤੇ। ਪੰਡਤ ਪਰਿਵਾਰ ਵਿੱਚੋਂ ਸੀ, ਵਿਦਵਾਨ ਬਹੁਤ ਸਨ, ਬੜੀ ਅੱਛੀ ਕਥਾ ਕਰਦੇ ਸੀ। ਮਹਾਰਾਜ ਕੋਲ ਆ ਗਏ ਇਹ ਦਿਨਾਂ ਦੇ ਵਿੱਚ ਹੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਗੁਰੂ ਕੀ ਬਾਣੀ ਬਾਰੇ ਸਤਿਗੁਰੂ ਜੀ ਸਮਝਾ ਰਹੇ ਸਨ। ਆ ਕੇ ਮਹਾਰਾਜ ਨੂੰ ਕਹਿੰਦੇ ਸਤਿਗੁਰੂ ਜੀ ਇੱਕ ਬੇਨਤੀ ਰੱਖਣੀ ਹੈ ਤੁਹਾਡੇ ਅੱਗੇ। ਮਹਾਰਾਜ ਕਹਿੰਦੇ ਦੱਸੋ, ਤੁਸੀਂ ਤਾਂ ਵਿਦਵਾਨ ਹੋ, ਕਿਹੜੀ ਗੱਲ ਸਾਤੋਂ ਪੁੱਛਣੀ ਚਾਹੁੰਦੇ ਹੋ? ਕਹਿੰਦੇ ਮਹਾਰਾਜ ਜੀ ਗ੍ਰੰਥ ਬੜੇ ਪੜ੍ਹੇ, ਗ੍ਰੰਥਾਂ ਦੀ ਕਥਾ ਵੀ ਬੜੀ ਅੱਛੀ ਕਰ ਲੈਂਦੇ ਆ। ਮਹਾਰਾਜ ਜੀ ਜਦੋਂ ਅਸੀਂ ਕਥਾ ਬੋਲਦੇ ਹਾਂ ਤੇ ਬੋਲ ਵੀ ਸਾਡਾ ਬੜਾ ਅੱਛਾ ਹੈ। ਬੋਲ ਨੂੰ ਸੁਣ ਕਰਕੇ ਲੋਕ ਐ ਉਮੜ ਕੇ ਬੈਠ ਜਾਂਦੇ ਨੇ। ਜਿਹੜਾ ਅਸੀਂ ਬੋਲ ਬੋਲਦੇ ਹਾਂ ਲੋਕ ਮੰਤਰ ਮੁਗਧ ਹੋ ਕੇ ਸੁਣਦੇ ਨੇ, ਤੇ ਬਾਅਦ ਵਿੱਚ ਸਾਨੂੰ ਇਹ ਵੀ ਕਹਿੰਦੇ ਨੇ ਤੁਹਾਡੀ ਕਥਾ ਸੁਣ ਕੇ ਸਾਡਾ ਜੀਵਨ ਬਦਲ ਗਿਆ। ਮਹਾਰਾਜ ਕਹਿੰਦੇ ਬੜੀ ਚੰਗੀ ਗੱਲ ਹੈ ਭਾਈ, ਇਹ ਤਾਂ ਬਹੁਤ ਪਰਉਪਕਾਰ ਕਰਦੇ ਹੋ। ਕਹਿੰਦੇ ਨਹੀਂ ਮਹਾਰਾਜ ਜੀ, ਗੱਲ ਹੋਰ ਪਾਸੇ ਅਟਕੀ ਹੋਈ। ਕਹਿੰਦੇ ਕੀ? ਕਹਿੰਦੇ ਜੀ ਸਾਡੇ ਮਨ ਨੂੰ ਸ਼ਾਂਤੀ ਦੀ, ਸਾਡੇ ਮਨ ਨੂੰ ਸ਼ਾਂਤੀ ਨਹੀਂ ਹੈਗੀ, ਲੋਕਾਂ ਨੂੰ ਆਉਂਦੀ ਹੈ। ਸਤਿਗੁਰੂ ਜੀ ਦਾ ਇਲਾਜ ਕਰੋ। ਮੈਂ ਕਹਾਂਗਾ ਸਿੱਖੋ ਤੁਸੀਂ ਵੀ ਧੰਨ ਹੋ ਭਾਈ ਬਾਲਾ ਤੇ ਕ੍ਰਿਸ਼ਨਾ, ਜਿਨ੍ਹਾਂ ਨੇ ਆਪਣੀ ਅੰਦਰ ਦੀ ਗੱਲ ਦੱਸ ਤਾਂ ਦਿੱਤੀ। ਮੈਂ ਅੰਦਰੋਂ ਬੁਝਿਆ ਵੀ ਪਿਆ, ਦੱਸਦਾ ਵੀ ਨਹੀਂ ਆ ਕਿ ਮੈਨੂੰ ਬਹੁਤ ਅੰਦਰਲੀ ਪੀੜਾ ਹੈ, ਮੈਂ ਅਜੇ ਜੁੜਿਆ ਨਹੀਂ, ਦੱਸਦਾ ਨਹੀਂ, ਲੋਕਾਂ ਦੇ ਅੰਦਰ ਪਖੰਡ ਕਰਦਾ ਫਿਰੀ ਜਾਂਦਾ। ਅੰਦਰਲੀ ਵੇਦਨਾ ਜਦੋਂ ਤੱਕ ਗੁਰੂ ਨੂੰ ਨਹੀਂ ਦੱਸਦੇ। ਭਾਈ ਬਾਲੇ ਤੇ ਕ੍ਰਿਸ਼ਨ ਨੇ ਦੱਸਿਆ। ਮਹਾਰਾਜ ਕਹਿੰਦੇ ਇਹਦਾ ਹੱਲ ਹੈ। ਕਹਿੰਦੇ ਕਿਵੇਂ? ਮਹਾਰਾਜ ਕਹਿੰਦੇ ਜਦੋਂ ਗ੍ਰੰਥ ਪੜ੍ਹਨਾ ਸ਼ੁਰੂ ਕੀਤਾ ਸੀ ਮਨ ਅੰਦਰ ਵਿਚਾਰ ਕੀ ਸੀ? ਕਹਿੰਦੇ ਵਿਚਾਰ ਇਹੀ ਸੀ ਜੀ ਪੈਸੇ ਕਮਾਵਾਂਗੇ, ਗਰੀਬੀ ਧੋਵਾਂਗੇ। ਪੈਸੇ ਕਮਾਉਣ ਦਾ ਵਸੀਲਾ ਬਣਾ ਕੇ ਗ੍ਰੰਥ ਪੜ੍ਹੇ। ਸਤਿਗੁਰੂ ਜੀ ਕਹਿੰਦੇ ਫਿਰ ਜਿਹੋ ਜਿਹਾ ਸੇਵਿਆ ਭਾਈ ਅਸਰ ਵੀ ਉਹੋ ਜਿਹਾ ਹੀ ਹੋਣਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਅਸਰ ਉਹੋ ਜਿਹਾ ਹੀ ਹੋਵੇਗਾ। ਗਰੀਬ ਨਵਾਜ ਫਿਰ ਕਿਵੇਂ ਕਰੀਏ? ਮਹਾਰਾਜ ਕਹਿੰਦੇ ਕੋਈ ਨਾ, ਗੁਰੂ ਨਾਨਕ ਦੇ ਦਰ ਤੇ ਆਇਓ, ਹੱਲ ਹੋਵੇਗਾ। ਅੱਜ ਤੋਂ ਬਾਅਦ ਪਿਛਲੇ ਸੰਸਕਾਰਾਂ ਨੂੰ ਛੱਡ ਦਿਓ। ਅੱਜ ਤੋਂ ਬਾਅਦ ਮਾਇਆ ਦਾ ਖਿਆਲ ਛੱਡ ਕਰਕੇ ਮਾਇਆ ਦੇ ਪਤੀ ਨਾਲ ਜੁੜ ਜਾਓ, ਗੁਰੂ ਪਾਤਸ਼ਾਹ ਨਾਲ ਜੁੜ ਜਾਓ। ਭਾਈ ਬਾਲੇ ਕ੍ਰਿਸ਼ਨ ਨੇ ਉਸ ਦਿਨ ਤੋਂ ਬਾਅਦ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕਰਕੇ ਵੀ ਕਥਾ ਕੀਤੀ, ਤੇ ਉਸ ਦਿਨ ਤੋਂ ਐਸਾ ਆਨੰਦ ਆਇਆ, ਫਿਰ ਉਹ ਅੰਦਰੋਂ ਜਿਹੜੀ ਤੜਫ ਸੀ, ਉਹ ਅੰਦਰੋਂ ਜਿਹੜੀ ਤ੍ਰਿਸ਼ਨਾ ਸੀ, ਉਹ ਸਾਰੀ ਖਤਮ ਹੋ ਗਈ। ਅੰਦਰੋਂ ਪਿਆਰ ਪੈਦਾ ਹੋ ਗਿਆ। ਸੋ ਆਓ ਸਾਧ ਸੰਗਤ, ਮੇਰੇ ਵਚਨਾਂ ਦਾ ਭਾਵ ਇਹੀ ਹੈ ਕਿ ਮੈਨੂੰ ਕਹਿਣ ਵਾਲੇ ਨੂੰ, ਤੁਹਾਨੂੰ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਅੰਦਰ ਦਾ ਪਿਆਰ ਬਖਸ਼ੀ ਕਰਨ, ਤੇ ਆਪਾਂ ਸਾਰੇ ਹੀ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੀ ਬਾਣੀ ਪੜ੍ਹੀਏ, ਸੇਵਾ ਕਰੀਏ। ਉਹਨਾਂ ਮਹਾਂਪੁਰਸ਼ਾਂ ਦੇ ਸੰਬੰਧ ਵਿੱਚ ਤਾਂ ਮੈਂ ਕੁਝ ਬੋਲ ਨਹੀਂ ਸਕਿਆ ਹਾਂ। ਆਉਣ ਵਾਲੇ ਸਮੇਂ ਅੰਦਰ ਵਾਹਿਗੁਰੂ ਜੀ ਜੀਵਨ ਦੇਵੇ ਤੇ ਆਪ ਜੀ ਦੇ ਨਾਲ ਜ਼ਰੂਰ ਉਹਨਾਂ ਸਤਿਕਾਰਯੋਗ ਮਹਾਂਪੁਰਸ਼ਾਂ ਦੇ ਸੰਬੰਧ ਅੰਦਰ ਵੀ ਬੇਨਤੀ ਕਰ ਲਵਾਂਗੇ। ਉਹਨਾਂ ਗੁਰੂ ਸਵਾਰੇ, ਗੁਰੂ ਪਿਆਰੇ ਮਹਾਂਪੁਰਸ਼ਾਂ ਨੂੰ ਬਾਰ-ਬਾਰ ਨਮਸਕਾਰਾਂ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਆਪ ਸਵਾਰਿਆ ਤੇ ਸਾਡੇ ਵਰਗਿਆਂ ਨੂੰ ਸਵਾਰਨ ਦੀ ਪ੍ਰੇਰਣਾ ਅੱਗਿਓਂ ਬਖਸ਼ਿਸ਼ ਕੀਤੀ। ਆਓ ਸ਼ੁਕਰਾਨਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਰੋਮ ਰੋਮ ਕਰਕੇ ਰਿਣੀਆਂ ਵਿਦਿਆ ਦਾਤੇ ਸੱਚਖੰਡ ਵਾਸੀ ਸੰਤ ਬਾਬਾ ਗੁਰਮੇਲ ਸਿੰਘ ਜੀ ਮਹਾਂਪੁਰਸ਼, ਜਿਨ੍ਹਾਂ ਗੁਰੂ ਸਵਾਰੇ ਮਹਾਂਪੁਰਸ਼ਾਂ ਦੇ ਪੜ੍ਹਾਏ ਹੋਏ ਬਚਨ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ। ਭਾਈ ਵਿਦਿਆਰਥੀ ਜੀਵਨ ਹੈ, ਵਿਦਵਾਨ ਬੈਠੇ ਹੋ, ਤੇ ਕੋਈ ਸ਼ਬਦ ਮੇਰੇ ਤੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ,
ਤੇ ਆਪ ਜੀ ਨੇ ਮਾਫੀ ਬਖਸ਼ੀ ਕਰਨੀ। ਆਉਣ ਵਾਲਾ ਸਮਾਂ ਆਪ ਜੀ ਵਿਦਵਾਨ ਮਹਾਂਪੁਰਸ਼ਾਂ ਦੀ ਰਸਨਾ ਤੋਂ ਸ਼ਰਵਣ ਕਰੋ ਜੀ। ਬਾਬਾ ਭਗਤ ਸਿੰਘ ਜੀ ਤਥਾ ਸਮੁੱਚੀ ਜਥੇਬੰਦੀ ਦਾ ਬਹੁਤ ਬਹੁਤ ਧੰਨਵਾਦ ਜੀ, ਜੋ ਮੇਰੇ ਵੱਡੇ ਭਰਾਤਾ ਸ਼੍ਰੀਮਾਨ ਬਾਬਾ ਹਰਨੇਕ ਸਿੰਘ ਜੀ ਉਹਦੇ ਨਾਲ ਬਹੁਤ ਜ਼ਿਆਦਾ ਪਿਆਰ ਸਨੇਹ ਹੈ ਕਿ ਸਾਡਾ ਆਪਣਾ ਘਰ ਹੈ ਜੀ। ਭੁੱਲ ਭਰ ਖਿਮਾ ਦੇਹੋ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।